देवगंधारी दूजी तरह दो सिर परे वीर हक्कार कड़ कड़ कृपान धावत मार मार उचार पान रोसक रौख रावत क्रुद्ध युद्ध फिरे गाहे गाहे गजी रथी रण अंत भूम गिरे तान तान संधान बान प्रमाण कान सुबाह बाह बाह फिरे सबाहन छत्र धर्म निबाह वेद बंद सुबान अंग जुआन जुज्जे ऐस भूर भारत के समय सर सेज भी खम जैस भूर भारत के समय सर सेज भी खम जैस। वाहिगुरु जी का खालसा वाहिगुरु जी की फतेह। सतनाम वाहिगुरु 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 वाहिगुरु। ਇਹ ਪ੍ਰਸੰਗ ਹੈ ਜੀ ਜਦੋਂ ਪਾਰਸਨਾਥ ਆਪਣੇ ਬਲ ਦੇ ਨਾਲ ਸਾਰੇ ਸੰਸਾਰ ਨੂੰ ਆਪਣੇ ਵਸ ਵਿੱਚ ਕਰਦਾ ਹੈ ਤਾਂ ਉਹ ਆਪਣੇ ਵਸ ਵਿੱਚ ਕਰਨ ਵਾਸਤੇ ਉਹ ਭਲਾ ਬੁਰਾ ਕਿਸੇ ਦਾ ਕੁਛ ਨਹੀਂ ਵਿਚਾਰਦਾ। ਇੱਥੋਂ ਤੱਕ ਕਿ ਜਿਹੜੇ ਸੰਨਿਆਸੀ ਜੋ ਤਪੱਸਿਆ ਕਰ ਰਹੇ ਨੇ ਉਹਨਾਂ ਨੂੰ ਵੀ ਆਪਣੇ ਵਸ ਵਿੱਚ ਕਰਕੇ ਤੇ ਆਪਣੇ ਬਲ ਦੀ ਕਰਦਾ ਹੈ ਅਤੇ ਜੇ ਉਹ ਨਹੀਂ ਮੰਨਦੇ ਤਾਂ ਉਹਨਾਂ ਦਾ ਵੀ ਸੰਘਾਰ ਕਰਦਾ ਰਹਿੰਦਾ ਹੈ। ਤੇ ਉਸੇ ਵੇਲੇ ਦਾ ਇੱਕ ਇਹ ਪ੍ਰਸੰਗ ਹੈ ਜਦੋਂ ਕਿ ਉਹ ਜਿਹੜੇ ਸੰਨਿਆਸੀਆਂ ਦੀ ਰੱਖਿਆ ਵਾਸਤੇ ਹੁੰਦੇ ਨੇ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਉਹ ਮਾਰਦਾ ਹੈ। ਪਾਰਸਨਾਥ ਉਸ ਦਾ ਵਰਣਨ ਹੈ ਜੀ ਦੇਵਗੰਧਾਰੀ ਰਾਗ ਦੇ ਵਿੱਚ ਜੋ ਕਿ ਦੂਜੀ ਤਰ੍ਹਾਂ ਗਾਇਆ ਹੈ। ਇਸ ਦਾ ਜੋ ਪਹਿਲਾ ਜੋ ਸ਼ਬਦ ਹੈ ਉਹ ਵੀ ਦੇਵਗੰਧਾਰੀ ਦੇ ਵਿੱਚ ਹੀ ਹੋ ਸਕਦਾ ਸੀ ਲੇਕਿਨ ਉਹ ਸੋਰਠ ਰਾਗ ਦੇ ਵਿੱਚ ਹੈ ਜੀ। ਦੇਵਗੰਧਾਰੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਹੈ ਕਿ ਇਹ ਦੇਵਗੰਧਾਰੀ ਸ਼ੁੱਧ ਨਹੀਂ ਹੈ, ਦੂਜੀ ਤਰ੍ਹਾਂ ਗਾਣਾ ਹੈ ਤੇ ਉਹਨਾਂ ਨੇ ਉੱਥੇ ਲਿਖਿਆ ਹੈ ਕਿ ਦੂਜੀ ਤਰ੍ਹਾਂ ਗਾਈ ਹੈ। दोह सिर परे वीर हकार काढ़ काढ़ कृपान धावत मार मार उचार। ਦੋਨਾਂ ਸਿਰਿਆਂ ਦੇ ਯਾਨੀ ਕਿ ਜੋ ਬਚਾਓ ਕਰਨ ਵਾਲੇ ਤੇ ਜਿਹੜੇ ਹਮਲਾਵਰ ਨੇ ਦੋਨਾਂ ਦੇ ਜਿਹੜੇ ਵੱਡੇ ਵੱਡੇ ਵੀਰ ਨੇ ਉਹ ਸਾਰੇ ਜਿਹੜੇ ਵੀਰ ਨੇ ਉਹ ਹੱਕਾਰ ਕਰਕੇ ਉਹ ਗਰਜਦੇ ਹੋਏ ਇੱਕ ਦੂਸਰੇ ਤੇ ਟੁੱਟ ਪੈਂਦੇ ਨੇ। ਆਪਣੀਆਂ ਕਿਰਪਾਨਾਂ ਕੱਢ ਕੱਢ ਕੇ ਦੌੜ ਦੌੜ ਕੇ ਉਹ ਇੱਕ ਦੂਸਰੇ ਦੇ ਉੱਤੇ ਮਾਰ 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 ਦੂੰਗਾ ਇਸ ਤਰ੍ਹਾਂ ਕਹਿੰਦੇ ਹੋਏ ਉਹ ਬਹੁਤ ਉੱਚੀ ਉੱਚੀ ਰੌਲਾ ਪਾਉਂਦੇ ਹੋਏ ਇੱਕ ਦੂਸਰੇ ਤੇ ਟੁੱਟ ਪੈਂਦੇ ਨੇ। ਪਾਨ ਰੋਕਸ ਰੌਖ ਰਾਵਤ ਕ੍ਰੁੱਧ ਯੁੱਧ ਫਿਰੇ। ਰੋਖ ਵਿੱਚ ਯਾਨੀ ਕਿ ਗੁੱਸੇ ਵਿੱਚ ਆ ਕੇ ਆਪਣੇ ਹੱਥ ਦੇ ਵਿੱਚ ਹਥਿਆਰ ਪਕੜ ਕੇ ਉਹ ਰਾਵਤ ਯਾਨੀ ਕਿ ਬਹੁਤ ਜ਼ੋਰ ਜ਼ੋਰ ਦੀ ਉਹ ਭਬਕਾ ਮਾਰਦੇ ਹੋਏ ਕ੍ਰੁੱਧ ਹੁੰਦੇ ਹੋਏ ਯੁੱਧ ਵਿੱਚੋਂ ਫਿਰ ਰਹੇ ਨੇ। ਗਾਹ ਗਾਹ ਗਜੀ ਰਥੀ ਰਣ ਅੰਤ ਭੂਮ ਗਿਰੇ। ਇਸ ਤਰ੍ਹਾਂ ਉਹ ਇੱਕ ਦੂਸਰੇ ਨਾਲ ਲੜਦੇ ਲੜਦੇ
ਉਹ ਗਾਉਂਦੇ ਨੇ ਪੂਰੀ ਧਰਤੀ ਨੂੰ। ਤੇ ਜਿਹੜੇ ਕੋਈ ਰੱਥ ਉੱਤੇ ਬੈਠੇ ਨੇ, ਕੋਈ ਹਾਥੀ ਤੇ ਬੈਠੇ ਨੇ, ਜੇ ਉਸ ਰਣ ਦੇ ਖੇਤਰ ਦੇ ਵਿੱਚ ਅਖੀਰ ਵਿੱਚ ਉਹ ਲੜਦੇ ਲੜਦੇ ਧਰਤੀ ਤੇ ਗਿਰ ਪੈਂਦੇ ਨੇ। ਤਾਨ ਤਾਨ ਸੰਧਾਨ ਬਾਨ ਪ੍ਰਮਾਨ ਕਾਨ ਸੁਬਾਹ। ਉਹ ਤਾਣ ਤਾਣ ਕੇ ਆਪਣੇ ਬਾਣਾਂ ਦਾ ਪ੍ਰਹਾਰ ਕਰਦੇ ਨੇ ਤੇ ਨਿਸ਼ਾਨੇ ਲਾ ਲਾ ਕੇ ਉਹ ਸ਼ਤਰੂਆਂ ਨੂੰ ਇੱਕ ਦੂਸਰੇ ਨੂੰ ਮਾਰ ਰਹੇ ਨੇ। ਬਾਹ ਬਾਹ ਫਿਰੇ ਸਬਾਹਨ ਛਤਰ ਧਰਮ ਨਿਭਾਹ। ਤੇ ਇਸ ਤਰ੍ਹਾਂ ਉਹ ਬਾਹ ਬਾਹ ਫਿਰੇ ਸਬਾਹਨ, ਉਹ ਘੁੰਮ ਘੁੰਮ ਕੇ ਫਿਰ ਦੁਬਾਰਾ ਆਉਂਦੇ ਨੇ ਤੇ ਆਪਣੇ ਛਤਰੀ ਧਰਮ ਨੂੰ ਨਿਭਾਉਂਦੇ ਹੋਏ ਕਦੇ ਪਿੱਠ ਨਹੀਂ ਕਰ ਰਹੇ। ਬੇਦ ਬੇਦ ਸੋਬਾਨ ਅੰਗ ਜੁਆਨ ਜੁਝੇ ਐਸ। ਇਸ ਤਰ੍ਹਾਂ ਆਪਣੇ ਆਪਣੇ ਅੰਗਾਂ ਦੇ ਵਿੱਚ ਤੀਰਾਂ ਨੂੰ ਲਗਵਾ ਕੇ ਤੀਰਾਂ ਨਾਲ ਵਿਧੇ ਹੋਏ ਐਸੇ ਜਿਹੜੇ ਕਿ ਜਵਾਨ ਨੇ ਤੇ ਜੂਝ ਰਹੇ ਨੇ। ਭੂਮ ਭਾਰਤ ਕੈ ਸਮੈ ਸਰਸੀਜ ਭੀਖਮ ਜੈਸ। ਇਸ ਤਰ੍ਹਾਂ ਗਿਰ ਰਹੇ ਨੇ ਬਾਣ ਖਾ ਖਾ ਕੇ, ਜਿਵੇਂ ਕਿ ਭੂਰ ਭਾਰਤ ਕੇ ਸਮੇਂ, ਜਦੋਂ ਮਹਾਭਾਰਤ ਦਾ ਯੁੱਧ ਹੋਇਆ ਸੀਗਾ, ਉਸ ਵੇਲੇ ਜਿਸ ਤਰ੍ਹਾਂ ਭੀਸ਼ਮ ਪਿਤਾਮਾ ਚਾਰੋਂ ਪਾਸੇ ਬਾਣ ਖਾ ਖਾ ਕੇ ਅੰਤ ਵਿੱਚ ਜਿਸ ਤਰ੍ਹਾਂ ਧਰਤੀ ਦੇ ਉੱਤੇ ਗਿਰਦਾ ਹੈ ਤੇ ਬਾਣਾਂ ਦੇ ਉੱਤੇ ਹੀ ਉਹਦਾ ਸਰੀਰ ਟੰਗਿਆ ਰਹਿੰਦਾ ਹੈ, ਇਸ ਤਰੀਕੇ ਦਾ ਵਰਣਨ ਹੈ ਕਿ ਇੰਨੇ ਨੇ ਬਾਣ ਖਾ ਖਾ ਕੇ ਵੀਰ ਯੋਧੇ ਗਿਰ ਰਹੇ ਨੇ। ਇਹ ਉਸ ਯੁੱਧ ਦਾ ਵਰਣਨ ਹੈ ਜੀ, ਜਦੋਂ ਪਾਰਸਨਾਥ ਨੇ ਸਾਰੇ ਸੰਸਾਰ ਨੂੰ ਜਿੱਤਣ ਦਾ ਹੀਆ ਕਰਕੇ ਤੇ ਸਾਰੇ ਸੰਸਾਰ ਨੂੰ ਜਿੱਤ ਵੀ ਲਿਆ ਸੀਗਾ, ਫਿਰ ਵੀ ਉਸ ਨੂੰ ਜਦ ਸ਼ਾਂਤੀ ਨਹੀਂ ਮਿਲਦੀ ਹੈ ਤੇ ਤਾਂ ਫਿਰ ਉਹ ਇੱਕ ਵੱਡੇ ਸੰਨਿਆਸੀ ਨੂੰ ਲੱਭਦੇ ਨੇ ਤੇ ਸਾਰੇ ਸੰਨਿਆਸੀਆਂ ਨੂੰ ਇਕੱਠਾ ਕਰਦੇ ਨੇ, ਜਾਂ ਸੰਨਿਆਸੀਆਂ ਨੂੰ ਮਾਰਦੇ ਨੇ ਜਾਂ ਸੰਨਿਆਸੀਆਂ ਨੂੰ ਆਪਣੇ ਵਾਸਤੇ ਉਹਨਾਂ ਦੇ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਜ਼ਬਰਦਸਤੀ ਉਹਨਾਂ ਤੋਂ ਪੂਜਾ ਅਰਚਾ ਕਰਵਾਉਂਦੇ ਨੇ। ਤੇ ਫਿਰ ਵੀ ਉਸ ਨੂੰ ਜਦ ਨਹੀਂ ਮਿਲਦੀ, ਫਿਰ ਉਹ ਮੱਛੀ ਦੇ ਪੇਟ ਵਿੱਚ ਬੈਠਾ ਮਛੰਦਰਨਾਥ ਦੀ ਭਾਲ ਕਰਦੇ ਨੇ। ਫਿਰ ਮਛੰਦਰਨਾਥ ਉਹਨੂੰ ਵਿਵੇਕ ਦਾ ਉਪਦੇਸ਼ ਦਿੰਦਾ ਹੈ, ਤਾਂ ਵਿਵੇਕ ਦਾ ਉਪਦੇਸ਼ ਪ੍ਰਾਪਤ ਕਰਕੇ ਫਿਰ ਉਹ ਆਪਣੇ ਆਪ ਦੇ ਉੱਤੇ ਪਛਤਾਤਾਪ ਕਰਦਾ ਹੈ ਕਿ ਮੈਂ ਬਹੁਤ ਗਲਤ ਸੀ। ਫਿਰ ਉਹ ਆਪਣੀ ਚਿਤਾ ਜਲਾ ਕੇ ਜਲ ਦਿੰਦਾ ਹੈ, ਤੇ ਚਿਤਾ ਜਦੋਂ ਜਲਦੀ ਹੈ ਤਾਂ ਉਹਦੇ ਵਿੱਚੋਂ ਰੁਦਰ ਦਾ ਅਵਤਾਰ ਦਾ ਉਹ 'ਚੋਂ ਪ੍ਰਗਟ ਹੁੰਦੇ ਨੇ। ਇਹ ਜਿਹੜਾ ਕਥਨ ਹੈ, ਇਹ ਰੁਦਰ ਅਵਤਾਰ ਕਿਵੇਂ ਪੈਦਾ ਹੋਏ, ਇਹ ਉਸੇ ਦਾ ਕਥਨ ਹੈ ਜੀ, ਜੋ ਦਸਮ ਪਿਤਾ ਨੇ ਬੜੇ ਸੁੰਦਰ ਛੰਦਾਂ ਦੇ ਵਿੱਚ, ਦੋਹਰਿਆਂ ਵਿੱਚ, ਦੇਵਗੰਧਾਰੀਆਂ ਵਿੱਚ, ਰਾਗਾਂ ਵਿੱਚ, ਸਾਰੰਗ ਰਾਗ ਵਿੱਚ ਵੀ ਹੈ ਅਗਲਾ ਸ਼ਬਦ ਵਿਸ਼ਨ ਪਦ ਹੈ ਜਿਹੜਾ, ਫਿਰ ਵਿਸ਼ਨ ਪਦ ਅਡਾਨ ਵਿੱਚ ਵੀ ਹੈਗਾ ਜੀ। ਇਸ ਤਰ੍ਹਾਂ ਇਹ ਸਾਰੇ ਜਿਹੜੇ ਬਸੰਤ ਹੈਗਾ, ਫਿਰ ਬਸੰਤ ਰਾਗ ਦੇ ਵਿੱਚ ਵੀ ਹੈਗਾ। ਇਸ ਤਰੀਕੇ ਨਾਲ ਇਹ ਸੂਹੀ ਰਾਗ ਦੇ ਵਿੱਚ ਵੀ ਹੈ। ਪਾਰਸਨਾਥ ਬੜੋ ਰਣ ਜੀਤੋ ਜਾਨਕ ਭਈ ਦੂਸਰ ਕਰੁਣਾਰ ਜਨ ਭਾਰਤ ਸੋ ਹੋਈ ਬੀਤੋ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉੱਤਮ ਰਚਨਾਵਾਂ ਦੇ ਵਿੱਚੋਂ ਅਸੀਂ ਇੱਕ ਸੁਣਿਆ ਹੈਗਾ, ਤੇ ਇਸ ਦੇ ਵਿੱਚ ਜੇ ਅਸੀਂ ਦੂਸਰੇ ਪਾਸੇ ਪ੍ਰਮਾਣ ਲਾਈਏ ਕਿ ਇਸ ਸੰਸਾਰ ਦੇ ਵਿੱਚ ਜਦ ਮਨੁੱਖ ਜਿੰਦਾ ਹੈ ਤਾਂ ਉਹ ਯੁੱਧ ਦੇ ਹਮੇਸ਼ਾ ਹਰ ਰੋਜ਼ ਹੀ ਇੱਕ ਯੁੱਧ ਦੇ ਵਿੱਚ ਹੁੰਦਾ ਹੈ, ਕਿਉਂਕਿ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਅੱਖਾਂ ਖੋਲ੍ਹ ਕੇ ਸੂਰਜ ਚੜ੍ਹ ਕੇ ਜਦੋਂ ਆਪਣੇ ਕੰਮਾਂ ਕਾਰਾਂ 'ਤੇ ਜਾਂਦਾ, ਦੇਖਦਾ ਚਾਰੋਂ ਪਾਸੇ, ਤਾਂ ਉਹਨੂੰ ਜਿਹੜੇ ਵਿਸ਼ਨ ਦੀ ਮਾਇਆ ਚਾਰੋਂ ਪਾਸੇ ਉਹਨੂੰ ਘੇਰਦੀ ਹੈ। ਕਦੇ ਕੋਈ ਚੀਜ਼ ਉਹਨੂੰ ਚੰਗੀ ਲੱਗਦੀ ਹੈ, ਕਦੇ ਉਹਦੇ ਮਨ 'ਚ ਵਿਚਾਰ ਆਉਂਦਾ ਕਿ ਮੈਂ ਅੱਜ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਾਂ, ਤਾਂ ਉਹ ਜਿਹੜੇ ਕੰਮ ਨੇ ਉਹਦੇ ਵਿੱਚ ਉਹ ਨੇਕੀ ਤੇ ਬਦੀ, ਯਾਨੀ ਕਿ ਚੰਗੇ ਤੇ ਮੰਦੇ ਕੰਮ ਵਿੱਚ ਦੋਨਾਂ ਵੱਲ ਉਹ ਹੱਥ ਪਾਉਂਦਾ ਹੈ। ਤੇ ਲੇਕਿਨ ਜਦੋਂ ਹੱਥ ਪਾ ਰਿਹਾ ਹੁੰਦਾ ਹੈ ਤੇ ਤਾਂ ਉਹਦੇ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਆਉਂਦੀ ਹੈ ਕਿ ਇਹ ਮੈਂ ਕੰਮ ਕਰ ਰਿਹਾ, ਇਹ ਭਲਾ ਹੈ ਜਾਂ ਕਿ ਬੁਰਾ ਹੈ। ਤੇ ਤਾਂ ਉਹਦੇ ਮਨ ਦੇ ਵਿੱਚ ਜੋ ਦਵੰਦ ਪੈਦਾ ਹੁੰਦਾ ਹੈ ਉਹ ਇਹੀ ਹੁੰਦਾ ਹੈ ਕਿ ਰਾਜ ਕਰ ਲੈ ਸਾਰਿਆਂ ਦੇ ਉੱਤੇ, ਜਿਸ ਤਰ੍ਹਾਂ ਪਾਰਸਨਾਥ ਇਹ ਸਾਰਿਆਂ ਨੂੰ ਮਾਰਦਾ ਹੋਇਆ ਰਾਜ ਕਰਦਾ ਹੈ, ਦੁਸ਼ਟ ਕੰਮ ਕਰਦੇ ਹੋਏ। ਤੇ
ਕਿ ਜਿਵੇਂ ਉਸ ਵੇਲੇ ਸਾਡੀ ਆਤਮਾ, ਸਾਡੇ ਜਿਹੜਾ ਜੀਵ ਆਤਮਾ, ਜੇ ਇਹ ਪ੍ਰਬਲ ਨਹੀਂ ਹੈ ਤੇ ਤਾਂ ਅਸੀਂ ਬੁਰੇ ਕੰਮਾਂ ਵੱਲ ਚੱਲਾਂਗੇ, ਤੇ ਜੇ ਇਹ ਪ੍ਰਬਲ ਹੈ ਤੇ ਤਾਂ ਅਸੀਂ ਨੇਕੀ ਦੇ ਵੱਲ ਵੱਧ ਜਾਵਾਂਗੇ। ਤੇ ਇਸੇ ਤਰ੍ਹਾਂ ਪਾਰਸਨਾਥ ਵੀ ਇਹ ਆਪਣੇ ਵਿਵੇਕ ਨੂੰ ਹਾਰ ਕੇ ਇਹ ਸਿਰਫ ਯੁੱਧ ਹੀ ਯੁੱਧ ਕਰਕੇ ਸਾਰੇ ਸੰਸਾਰ ਨੂੰ ਜਿੱਤਦਾ ਹੈ। ਫਿਰ ਉਸ ਤੋਂ ਬਾਅਦ ਅਖੀਰ ਦੇ ਵਿੱਚ ਉਸ ਨੂੰ ਗਿਆਨ ਆ ਜਾਂਦਾ ਹੈ ਕਿ ਮੈਂ ਤਾਂ ਬਹੁਤ ਗਲਤ ਸੀਗਾ, ਇਸ ਤਰ੍ਹਾਂ ਤਾਂ ਮੈਂ ਕਿਸੇ ਦਾ ਮਨ ਨਹੀਂ ਜਿੱਤਿਆ। ਮੈਂ ਕਦੋਂ ਤੱਕ ਆਪਣੇ ਚਾਰੋਂ ਤਰਫ ਇਸ ਤਰ੍ਹਾਂ ਦੂਸਰੇ ਨੂੰ ਮਾਰ ਮਾਰ ਕੇ ਜਿਉਂਦਾ ਹੋਇਆ, ਕਦੋਂ ਤੱਕ ਮੈਂ ਆਪਣੇ ਚਾਰੋਂ ਪਾਸੇ ਆਪਣੇ ਸੈਨਿਕਾਂ ਦੇ ਨਾਲ ਆਪਣੀ ਕੰਧ ਬਣਾ ਕੇ ਉਹਨੂੰ ਜੀ ਸਕਦਾ। ਤੇ ਮੈਂ ਆਪਣੇ ਸੁਤੰਤਰ ਨਹੀਂ ਹਾਂ, ਮੈਂ ਤਾਂ ਆਪਣੇ ਆਪ ਹੀ ਆਪਣੇ ਸੈਨਿਕਾਂ ਦੇ ਨਾਲ ਘਿਰਿਆ ਹੋਇਆ, ਆਪਣੇ ਆਪ ਹੀ ਜੇਲ੍ਹ ਦੇ ਵਿੱਚ ਆ ਗਿਆ। ਤੇ ਮੈਂ ਕਿਹੜਾ ਸੁੱਖ ਲੈ ਲਿਆ। ਫਿਰ ਉਸ ਸੁੱਖ ਨੂੰ ਭਾਲਦਾ ਹੋਇਆ ਫਿਰ ਉਹ ਮਹਾਂਪੁਰਸ਼ਾਂ ਗਿਆਨੀਆਂ ਕੋਲ ਜਾਂਦਾ ਹੈ। ਫਿਰ ਉਹ ਮਹਾਂਗਿਆਨੀ ਨੂੰ ਲੱਭ ਲੈਂਦਾ। ਫਿਰ ਮਹਾਂਗਿਆਨੀ ਜਦੋਂ ਉਪਦੇਸ਼ ਦਿੰਦਾ ਤੇ ਉਹਨੂੰ ਪਛਤਾਵਾ ਬਹੁਤ ਹੁੰਦਾ ਹੈ। ਪਛਤਾਵਾ ਹੁੰਦਾ ਫਿਰ ਆਪਣੇ ਆਪ ਦੇ ਦਹਨ ਕਰ ਲੈਂਦਾ ਹੈ। ਤੇ ਜਦੋਂ ਦਹਨ ਕਰਦਾ ਹੈ ਤਾਂ ਉਹ ਜਿਹੜੀ ਸ਼ਕਤੀਆਂ ਪ੍ਰਗਟ ਹੁੰਦੀਆਂ ਨੇ, ਉਸ ਤੋਂ ਬਾਅਦ ਉਹਦੇ ਵਿੱਚੋਂ ਰੁਦਰ ਦਾ ਜਨਮ ਹੁੰਦਾ ਹੈ। ਐਸਾ ਗਿਆਨ ਸਤਿਗੁਰੂ ਜੀ ਸਾਨੂੰ ਦੇ ਰਹੇ ਨੇ। ਅੱਜ ਸਾਡਾ ਜੀਵਨ ਜਿਸ ਤਰ੍ਹਾਂ ਚੱਲਣਾ ਹੈ, ਅੱਜ ਦਾ ਦਿਨ ਜੋ ਮਹਾਵਾਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਇਆ ਹੈ, ਉਹਦੇ ਵਿੱਚ ਜੋ ਸਾਹਿਬਾਂ ਦਾ ਫਰਮਾਨ ਹੈ ਉਹ ਆਪ ਜੀ ਨੇ ਹੁਣੇ ਸੁਣਿਆ। ਉਹ ਸਾਹਿਬਾਂ ਦਾ ਫਰਮਾਨ ਵੀ ਇਹੀ ਹੈ ਕਿ ਨਿਰਭਉ ਤਾਂ ਹੋਏਗਾ ਜੇ ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਹਮੇਸ਼ਾ ਯਾਦ ਰੱਖੇਗਾ। ਤੇ ਉਹ ਤੇਰੇ ਅੰਦਰ ਹੀ ਬੈਠਾ ਹੈ, ਤੈਨੂੰ ਪਲ ਪਲ ਵਿੱਚ ਗਿਆਨ ਦੇ ਰਿਹਾ ਹੈ। ਅਬ ਬੁਰਾ ਕੰਮ ਹੈ ਨਾ ਕਰੀ। ਮੰਨ ਜਾਏਗਾ ਤਾਂ ਤੂੰ ਪ੍ਰਸੰਨ ਹੈ, ਤੈਨੂੰ ਕਿਸੇ ਅੰਗ ਰਕਸ਼ਕ ਰੱਖਣ ਦੀ ਲੋੜ ਨਹੀਂ, ਤੇਰਾ ਕੋਈ ਦੁਸ਼ਮਣ ਨਹੀਂ। ਤੇ ਜੇ ਤੂੰ ਨਹੀਂ ਮੰਨੇਗਾ ਫਿਰ ਤੈਨੂੰ ਵੱਡੀਆਂ ਵੱਡੀਆਂ ਸਿਕਿਉਰਿਟੀਆਂ ਰੱਖਣੀਆਂ ਪੈਣਗੀਆਂ ਚਾਰੋਂ ਪਾਸੇ, ਆਪਣੇ ਆਪ ਦੇ ਤਨ ਨੂੰ ਬਚਾਉਣ ਵਾਸਤੇ। ਹਰ ਪਲ ਤੁਹਾਨੂੰ ਇਹ ਖਿਆਲ ਰਹੇਗਾ ਕਿ ਕੋਈ ਮੈਨੂੰ ਮਾਰਨ ਵਾਸਤੇ ਆ ਰਿਹਾ ਹੈ। ਰਾਤ ਨੂੰ ਨੀਂਦ ਨਹੀਂ ਆਏਗੀ ਚੈਨ ਦੇ ਨਾਲ। ਕਦੇ ਕੋਈ ਵਿਚਾਰ ਬਣਾਉਂਦਾ ਰਹੇਗਾ, ਕਦੇ ਦੂਸਰੇ ਨੂੰ ਮਾਰਨ ਦਾ, ਕਦੇ ਦੂਸਰੇ ਨੂੰ ਮਾਰਨ ਦਾ। ਫਿਰ ਭੁੱਲਿਆਂ ਨੂੰ ਵੀ ਮਾਰੇਗਾ, ਬੁਰਿਆਂ ਨੂੰ ਵੀ ਮਾਰੇਗਾ। ਇਸ ਤਰੀਕੇ ਨਾਲ ਤੂੰ ਇਹ ਸ਼ੋਭਾ ਪ੍ਰਾਪਤ ਨਹੀਂ ਕਰ ਸਕਦਾ। ਮਨਾਂ ਨੂੰ ਜਿੱਤ ਕੇ ਤੂੰ ਕਦੇ ਵੀ ਰਾਜ ਨਹੀਂ ਕਰ ਸਕਦਾ। ਇਹ ਸਾਹਿਬ ਸੱਚੇ ਪਾਤਸ਼ਾਹ ਦਾ ਫਰਮਾਨ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਦ੍ਰਿੜ ਕਰਕੇ ਉਹ ਉਦਾਹਰਣ ਦਿੱਤੇ ਨੇ, ਜਿਸ ਦੇ ਨਾਲ ਕਿ ਇਹ ਪਹਿਲਾਂ ਇਤਿਹਾਸ ਵਿੱਚ ਜੋ ਹੋ ਚੁੱਕਾ ਹੈ, ਇਹ ਪੁਰਾਣੀ ਤੋਂ ਉਸ ਤੋਂ ਸਮਝ ਲੈ। ਜੋ ਸਤਿਗੁਰੂ ਜੀ ਕਹਿ ਰਹੇ ਨੇ ਪੰਜਵੇਂ ਪਾਤਸ਼ਾਹ ਨੇ, ਉਹ ਮੰਨ ਲੈ ਕਿ ਹਮੇਸ਼ਾ ਹਰ ਕੰਮ ਦੇ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਰ ਦੀ ਆਗਿਆ ਲੈ ਲੈ। ਉਹ ਤੈਨੂੰ ਦੱਸਣਗੇ ਇਹ ਕੰਮ ਠੀਕ ਸੀਗਾ ਕਿ ਇਹ ਕੰਮ ਗਲਤ ਹੈ। ਤੇ ਤੈਨੂੰ ਅੰਦਰੋਂ ਆਵਾਜ਼ ਆਏਗੀ ਉਸ ਪਰਮੇਸ਼ਰ ਦੀ, ਉਸ ਆਵਾਜ਼ ਨੂੰ ਮੰਨ ਲੈ। ਨਹੀਂ ਮੰਨੇਗਾ ਫਿਰ ਆਪਣੇ ਮਨ ਦੀ ਕਰੇਗਾ, ਫਿਰ ਤੈਨੂੰ ਆਪਣਾ ਜ਼ੋਰ ਲਾਉਣਾ ਪਏਗਾ, ਫਿਰ ਤੂੰ ਬੈਰੀ ਬਣਾਏਗਾ, ਫਿਰ ਤੂੰ ਦੁਖੀ ਹੋਏਗਾ, ਫਿਰ ਦੁੱਖਾਂ ਵਿੱਚ ਸੁੱਖ ਲੱਭੇਗਾ, ਫਿਰ ਸਾਧੂਆਂ ਕੋਲ ਜਾਏਗਾ, ਫਿਰ ਉਹਦੇ ਬਾਅਦ ਫਿਰ ਤੈਨੂੰ ਵਿਵੇਕ ਮਿਲੇਗਾ, ਤੈਨੂੰ ਪਛਤਾਵਾ ਲੱਗੇਗਾ, ਆਪਣੇ ਆਪ ਨੂੰ ਮਾਰੇਗਾ, ਆਤਮ ਹੱਤਿਆ ਕਰੇਗਾ। ਫਿਰ ਕੀ ਫਾਇਦਾ। ਪਹਿਲਾਂ ਹੀ ਸੁਚੇਤ ਹੋ ਜਾ। ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।